ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ YouTube ਚੈਨਲ ਪੀ ਸਟਾਰਟ ਸਟੱਡੀ ਨੋਟਸ ਦੇ ਉੱਪਰ ਜੀ। ਸੋ ਮਾਸਟਰ ਕੈਡਰ ਪੰਜਾਬੀ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਆਪਾਂ ਆਧੁਨਿਕ ਕਾਵ ਦੇ ਜਿੰਨੇ ਵੀ ਆਪਣੇ ਕਵੀ ਨੇ ਜੀ 16 ਕਵੀ ਨੇ। ਸੋ 16 ਦੇ 16 ਦੀਆਂ ਹੀ ਜਿਹੜੀਆਂ ਰਚਨਾਵਾਂ ਨੇ ਉਹ ਡਿਸਕਸ ਕਰਾਂਗੇ, ਕਿਉਂਕਿ ਜਿਹੜਾ ਹੈ ਐਗਜ਼ਾਮ ਦੇ ਵਿੱਚ ਆਉਂਦਾ ਉਹ ਜ਼ਿਆਦਾਤਰ ਰਚਨਾਵਾਂ ਦੇ ਨਾਲ ਸੰਬੰਧਿਤ ਹੀ ਕੁਐਸਚਨ ਆਉਂਦੇ ਨੇ ਕਿ ਇਹ ਰਚਨਾ ਕਿਸ ਕਵੀ ਦੇ ਦੁਆਰਾ ਲਿਖੀ ਗਈ ਹੈ, ਇਹ ਕਵਿਤਾ ਹੈ, ਲੇਖ ਹੈ ਜਾਂ ਇਹ ਨਾਟਕ ਹੈ। ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ। ਜਾਂ ਇਸ ਲੇਖਕ ਦੇ ਕਿਸ ਰਚਨਾ ਨੂੰ ਇਸ ਲੇਖਕ ਦੀ ਕਿਸ ਰਚਨਾ ਨੂੰ ਜਿਹੜਾ ਹੈ ਪੁਰਸਕਾਰ ਮਿਲਿਆ, ਕਿਹੜਾ ਪੁਰਸਕਾਰ ਮਿਲਿਆ ਹੈ। ਸੋ ਇੱਦਾਂ ਦੇ ਕੁਐਸਚਨ ਜਿਹੜੇ ਆਉਂਦੇ ਨੇ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸੋ ਖਾਸ ਤੌਰ 'ਤੇ ਤੁਸੀਂ ਇਸ ਦੇ ਵਿੱਚ ਕਾਵਿ ਰਚਨਾਵਾਂ ਯਾਦ ਕਰਨੀਆਂ ਨੇ, ਔਰ ਇਸ ਤੋਂ ਇਲਾਵਾ ਜਿਹੜਾ ਹੈ ਕਿਸ ਲੇਖਕ ਦੀ ਰਚਨਾ ਨੂੰ ਕਿਹੜਾ ਪੁਰਸਕਾਰ ਮਿਲਿਆ, ਦੋ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਜੀ। ਔਰ ਇਸ ਤੋਂ ਇਲਾਵਾ ਆਪਣੇ ਚੈਨਲ ਦੇ ਉੱਪਰ ਜਿਹੜਾ ਹੈ ਪੰਜਾਬੀ ਗ੍ਰਾਮਰ ਦੀਆਂ 8 ਵੀਡੀਓ ਅਪਲੋਡ ਨੇ ਜੀ, ਜਿਸ ਦੇ ਵਿੱਚ ਕਾਫੀ ਇੰਪੋਰਟੈਂਟ ਜਿਹੜਾ ਹੈ ਮੈਟਰ ਡਿਸਕਸ ਕੀਤਾ ਹੋਇਆ, ਬਿਲਕੁਲ ਜਿਹੜਾ ਸਾਰੇ ਦਾ ਸਾਰਾ ਆਪਣੇ ਸਿਲੇਬਸ ਦੇ ਵਿੱਚ ਹੈ। ਸੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ, ਵੀਡੀਓ ਦੇ ਅੰਤ ਦੇ ਵਿੱਚ ਵੀ ਪਲੇਲਿਸਟ ਸ਼ੋ ਹੋ ਜਾਏਗੀ। ਔਰ ਪੰਜਾਬੀ ਤੋਂ ਇਲਾਵਾ ਜੇਕਰ ਤੁਸੀਂ SST ਦੀ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਉਸ ਦੇ ਲਈ ਵੀ ਵੀਡੀਓ ਕਾਫੀ ਅਪਲੋਡ ਨੇ, ਜਿਨ੍ਹਾਂ ਦੇ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਨੇ ਜੀ। ਸੋ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਸਭ ਤੋਂ ਪਹਿਲੇ ਆਪਣੇ ਕਵੀ ਨੇ ਜੀ ਭਾਈ ਵੀਰ ਸਿੰਘ ਜੀ, ਸਿਲੇਬਸ ਦੇ ਅਕੋਰਡਿੰਗ। ਸੋ ਭਾਈ ਵੀਰ ਸਿੰਘ ਜਿਹੜੇ ਨੇ ਉਹਨਾਂ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਮੰਨਿਆ ਜਾਂਦਾ ਹੈ ਜੀ। ਉਹਨਾਂ ਦਾ ਜਨਮ 5 ਦਸੰਬਰ 1872 ਨੂੰ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ, ਔਰ ਉਹਨਾਂ ਦੇ ਪਿਤਾ ਦਾ ਨਾਮ ਡਾਕਟਰ ਚਰਨ ਸਿੰਘ ਸੀ ਜੀ। ਪ੍ਰਮੁੱਖ ਉਹਨਾਂ ਦੀਆਂ ਰਚਨਾਵਾਂ ਨੇ ਜੀ ਲਹਿਰਾਂ ਦੇ ਹਾਰ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਪ੍ਰੀਤ ਵੀਨਾ, ਕੰਬ ਦੀ ਕਲਾਈ, ਮੇਰੇ ਸਾਈਆਂ ਜੀਓ ਔਰ ਦਿਲ ਤਰੰਗ। ਇਹ ਸਾਰੇ ਕਾਵ ਸੰਗ੍ਰਹਿ ਨੇ ਜੀ। ਔਰ ਰਾਣਾ ਸੂਰਤ ਸਿੰਘ ਮਹਾਕਾਵ ਹੈ ਜੀ ਉਹਨਾਂ ਦਾ। ਔਰ ਉਹਨਾਂ ਦੇ ਨਾਵਲ ਨੇ ਜੀ ਪ੍ਰਮੁੱਖ ਸੁੰਦਰੀ, ਬਾਬਾ ਨੌਧ ਸਿੰਘ, ਸਤਵੰਤ ਕੌਰ, ਵਿਜੇ ਸਿੰਘ। ਔਰ ਨਾਟਕ ਹੈ ਜੀ ਉਹਨਾਂ ਦਾ ਰਾਜਾ ਲਖਦਾਤਾ ਜੀ। ਵਾਰਤਕ ਰਚਨਾਵਾਂ ਦੇ ਵਿੱਚ ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ, ਅਸ਼ਟ ਗੁਰੂ ਚਮਤਕਾਰ ਪ੍ਰਮੁੱਖ ਨੇ ਜੀ। ਔਰ ਉਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਜਿਹੜਾ ਪੁਰਸਕਾਰ ਮਿਲਿਆ ਜੀ 1953 ਈਸਵੀ ਦੇ ਵਿੱਚ ਮਿਲਿਆ ਸੀ ਜੀ। ਉਹਨਾਂ ਦੀ ਜਿਹੜੀ ਕਾਵ ਸੰਗ੍ਰਹਿ ਹੈ ਮੇਰੇ ਸਾਈਓ ਜੀ ਉਹਨੂੰ। ਔਰ ਪਦਮ ਭੂਸ਼ਣ ਉਹਨਾਂ ਨੂੰ ਮਿਲਿਆ ਸੀ ਜੀ 1956 ਦੇ ਵਿੱਚ। ਉਹਨਾਂ ਨੂੰ ਉਪਨਾਮ ਜਾਂ ਪਦਵੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਜੀ ਉਹ ਨੇ ਜੀ ਆਧੁਨਿਕ ਕਵਿਤਾ ਦੇ, ਇੱਕ ਤਾਂ ਉਹ ਮੋਢੀ ਨੇ ਜੀ, ਦੂਸਰਾ ਹੈ ਜੀ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਉਹਨਾਂ ਨੂੰ ਕਿਹਾ ਜਾਂਦਾ। ਔਰ ਪ੍ਰੋਫੈਸਰ ਮੋਹਨ ਸਿੰਘ ਨੇ ਉਹਨਾਂ ਦੀ ਤੁਲਨਾ ਕਵੀ ਚੂੜਾਮਣੀ ਨਾਲ ਕੀਤੀ ਹੈ। ਔਰ ਪ੍ਰੋਫੈਸਰ ਗੁਰਬਚਨ ਸਿੰਘ ਤਾਲਿਬ ਨੇ ਉਹਨਾਂ ਨੂੰ ਸ਼੍ਰੋਮਣੀ ਕਵੀ ਕਿਹਾ ਹੈ। ਔਰ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਉਹਨਾਂ ਨੂੰ ਰਿਸ਼ੀ ਜੋਗੀ ਕਿਹਾ ਜੀ। ਸੋ ਪੁੱਛਿਆ ਜਾ ਸਕਦਾ ਕਿ ਰਿਸ਼ੀ ਜੋਗੀ ਡਾਕਟਰ ਮੋਹਨ ਸਿੰਘ ਜੀ ਨੇ ਕਿਸ ਨੂੰ ਕਿਹਾ ਹੈ, ਭਾਈ ਵੀਰ ਸਿੰਘ ਨੂੰ। ਜਾਂ ਪੁੱਛਿਆ ਜਾ ਸਕਦਾ ਕਿ ਕਿਸ ਨੇ ਭਾਈ ਵੀਰ ਸਿੰਘ ਨੂੰ ਰਿਸ਼ੀ ਜੋਗੀ ਕਿਹਾ। ਇੱਦਾਂ ਦੇ ਕੁਐਸਚਨ ਵੀ ਆ ਸਕਦੇ ਨੇ। ਔਰ ਉਹਨਾਂ ਦੀਆਂ ਕਵਿਤਾਵਾਂ ਦਾ ਜਿਹੜਾ ਮੁੱਖ ਵਿਸ਼ਾ ਰਿਹਾ ਜੀ ਉਹ ਪ੍ਰਕਿਰਤੀ, ਰਹੱਸਵਾਦ, ਅਧਿਆਤਮਕਵਾਦ ਹੈ। ਖੇੜੇ ਦਾ ਸਿਧਾਂਤ, ਰੋਮਾਂਟਿਕ ਅੰਸ਼, ਵਲਵਲਾ ਪਿਆਰ। ਔਰ ਰੂਪਿਕ ਪੱਖ ਜਿਹੜਾ ਉਹਨਾਂ ਦੀ ਉੱਚ ਕਲਪਨਾ ਜੀ, ਰਿਦਮ, ਤੁਕਾਂਤ ਬਹੁਤ ਵਧੀਆ, ਅਲੰਕਾਰਾਂ ਦੀ ਵਰਤੋਂ ਕਰਦੇ ਨੇ। ਸੌਂਦਰਯ, ਸੰਗੀਤਾਤਮਕਤਾ, ਮਧੁਰਤਾ, ਰਸ ਭਰਪੂਰਤਾ ਔਰ ਬਿੰਬ ਦੀ ਵਰਤੋਂ ਜਿਹੜੀ ਉਹ ਕਰਦੇ ਨੇ। ਔਰ ਮੇਨ ਇਹਦੇ ਵਿੱਚ ਆਪਾਂ ਯਾਦ ਰੱਖਣਾ ਕਿ ਰਹੱਸਵਾਦ ਅਤੇ ਅਧਿਆਤਮਕਵਾਦ ਨਾਲ ਜੁੜੇ ਹੋਏ ਕਵੀ ਨੇ ਜੀ। ਔਰ ਇਸ ਤੋਂ ਇਲਾਵਾ ਜਿਹੜੇ ਆਪਾਂ ਉੱਪਰ ਡਿਸਕਸ ਕੀਤਾ ਪੁਰਸਕਾਰ ਕਿਹੜੀ ਬੁੱਕ ਨੂੰ ਕਦੋਂ ਮਿਲਿਆ ਜੀ, ਕਿਹੜੇ ਕਾਵਿ ਸੰਗ੍ਰਹਿ ਨੂੰ ਕਦੋਂ ਮਿਲਿਆ, ਪਦਮ ਭੂਸ਼ਣ ਕਦੋਂ ਮਿਲਿਆ, ਉਪਨਾਮ, ਪਦਵੀਆਂ ਔਰ ਪ੍ਰਮੁੱਖ ਉਹਨਾਂ ਦੀਆਂ ਰਚਨਾਵਾਂ ਜੀ। ਕੁਐਸਚਨ ਇੱਦਾਂ ਦੇ ਹੀ ਪੁੱਛੇ ਜਾਂਦੇ ਨੇ। ਜਾਂ ਆਊਗਾ ਕਿ ਕੰਬ ਦੀ ਕਲਾਈ ਕਿਸ ਦੀ ਰਚਨਾ ਦਾ, ਭਾਈ ਵੀਰ ਸਿੰਘ ਦੀ। ਪੁਰਸਕਾਰ ਸਾਹਿਤ ਅਕਾਦਮੀ ਪੁਰਸਕਾਰ ਕਦੋਂ ਮਿਲਿਆ, 1953 ਨੂੰ। ਜਾਂ ਕਿਸ ਪੁਸਤਕ ਨੂੰ ਮਿਲਿਆ, ਮੇਰੇ ਸਾਈਆਂ ਜੀ ਨੂੰ। ਅਗਲੇ ਨੈਕਸਟ ਆਪਣੇ ਕਵੀ ਨੇ ਜੀ ਧਨੀ ਰਾਮ ਚਾਤ੍ਰਿਕ ਜੀ। ਸੋ ਇਹਨਾਂ ਦਾ ਜਿਹੜਾ ਜਨਮ ਹੈ ਜੀ 4/10/1876 ਈਸਵੀ ਨੂੰ ਪਿੰਡ ਪਾਸੀਆਵਾਲਾ, ਜ਼ਿਲ੍ਹਾ ਸਿਆਲਕੋਟ ਜੋ ਕਿ ਪਾਕਿਸਤਾਨ ਦੇ ਵਿੱਚ ਹੈ ਜੀ ਅੱਜ ਕੱਲ੍ਹ, ਉੱਥੇ ਹੋਇਆ ਸੀ। ਔਰ ਉਹਨਾਂ ਦਾ ਜਿਹੜਾ ਬਚਪਨ ਬੀਤਿਆ ਸੀ ਉਹ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬੀਤਿਆ ਜੀ। ਮੌਤ ਜਿਹੜੀ ਉਹਨਾਂ ਦੀ ਹੋਈ ਸੀ ਜੀ, ਦੇਹਾਂਤ ਹੋਇਆ ਸੀ 18 ਦਸੰਬਰ 1954 ਨੂੰ ਜੀ। ਕਾਵ ਸੰਗ੍ਰਹਿ ਨੇ ਉਹਨਾਂ ਦੇ ਪ੍ਰਮੁੱਖ ਨਵਾਂ ਜਹਾਨ, ਕੇਸਰ ਕਿਆਰੀ, ਸੂਫੀਆਨਾ, ਨੂਰ ਜਹਾਂ, ਬਾਦਸ਼ਾਹ ਬੇਗਮ, ਚੰਦਨਵਾੜੀ ਔਰ ਫੁੱਲਾਂ ਦੀ ਟੋਕਰੀ। ਔਰ ਇੱਕ ਚੀਜ਼ ਹੋਰ ਯਾਦ ਰੱਖਣੀ ਕਿ 1931 ਵਿੱਚ ਉਹਨਾਂ ਦੀ ਪ੍ਰਕਾਸ਼ਿਤ ਹੋਈ ਚੰਦਨਵਾੜੀ ਦੇ ਪ੍ਰਕਾਸ਼ਨ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਆਧੁਨਿਕ ਕਵੀਆਂ ਦੀ ਕਤਾਰ ਦੇ ਵਿੱਚ ਸਥਾਨ ਜਿਹੜਾ ਉਹ ਮਿਲਿਆ ਸੀ ਜੀ। ਸੋ ਅੱਗੇ ਉਹਨਾਂ ਦੇ ਕਿੱਸੇ ਨੇ ਜੀ ਧਰਮਬੇਰ, ਕਿੱਸਾ ਭਰਥਰੀ ਹਰੀ, ਕਿੱਸਾ ਨਲ ਦਮਯੰਤੀ ਜੀ। ਮੁੱਖ ਵਿਸ਼ਾ ਉਹਨਾਂ ਦਾ ਸੀ ਜੀ ਪੰਜਾਬ ਦੀ ਕਿਰਸਾਨੀ, ਜੀਵਨ, ਰੁੱਤਾਂ, ਮੇਲੇ, ਸਧਾਰਨ ਮਨੁੱਖ, ਪ੍ਰਕਿਰਤਿਕ ਜੀਵਨ, ਦੇਸ਼ ਪਿਆਰ ਅਤੇ ਸੰਪਰਦਾਇਕ ਏਕਤਾ ਜੀ।
ਉਹਨਾਂ ਨੂੰ ਪੰਜਾਬੀਅਤ ਦਾ ਕਵੀ ਜਿਹੜਾ ਉਹ ਕਿਹਾ ਜਾਂਦਾ ਜੀ। ਸੋ ਪ੍ਰਮੁੱਖ ਤੌਰ 'ਤੇ ਇਸ ਦੇ ਵਿੱਚੋਂ ਤੁਸੀਂ ਰਚਨਾਵਾਂ ਯਾਦ ਕਰਨੀਆਂ ਨੇ ਜੀ। ਅੱਗੇ ਜੀ ਪ੍ਰੋਫੈਸਰ ਪੂਰਨ ਸਿੰਘ ਜੀ। ਸੋ ਉਹਨਾਂ ਦਾ ਜਨਮ ਹੋਇਆ ਸੀ ਜੀ 17 ਫਰਵਰੀ 1881 ਨੂੰ ਜੀ, ਸਲਹੱਡ ਐਬਟਾਬਾਦ ਪਾਕਿਸਤਾਨ ਦੇ ਵਿੱਚ ਜੀ। ਔਰ ਉਹਨਾਂ ਦੀ ਮ੍ਰਿਤੂ ਜਿਹੜੀ ਹੋਈ ਸੀ ਉਹ ਹੋਈ ਸੀ ਜੀ 31 ਮਾਰਚ 1931 ਨੂੰ ਦੇਹਰਾਦੂਨ ਵਿੱਚ ਤਪਦਿਕ ਦੇ ਨਾਲ ਜੀ। ਪਿਤਾ ਦਾ ਨਾਂ ਕਰਤਾਰ ਸਿੰਘ ਜੀ। ਪ੍ਰਮੁੱਖ ਉਹਨਾਂ ਦੀਆਂ ਰਚਨਾਵਾਂ ਨੇ ਜੀ ਖੁੱਲ੍ਹੇ ਮੈਦਾਨ, ਖੁੱਲ੍ਹੇ ਘੁੰਡ, ਖੁੱਲ੍ਹੇ ਅਸਮਾਨੀ ਰੰਗ। ਸੋ ਪਹਿਲੇ ਸੀ ਜੀ ਜਿਨ੍ਹਾਂ ਨੇ ਛੰਦ ਰਹਿਤ ਖੁੱਲ੍ਹੀ ਕਵਿਤਾ ਲਿਖੀ ਸੀ। ਔਰ ਉਹਨਾਂ ਦੀਆਂ ਰਚਨਾਵਾਂ ਨੂੰ ਆਪਾਂ ਯਾਦ ਰੱਖ ਸਕਦੇ ਹਾਂ ਜੀ ਖੁੱਲ੍ਹੇ ਸ਼ਬਦ ਦੇ ਨਾਲ। ਸੋ ਜਿਸ ਦੇ ਅੱਗੇ ਖੁੱਲ੍ਹੇ ਆ ਗਿਆ, ਜਿਵੇਂ ਖੁੱਲ੍ਹੇ ਮੈਦਾਨ, ਖੁੱਲ੍ਹੇ ਘੁੰਡ, ਖੁੱਲ੍ਹੇ ਅਸਮਾਨੀ ਰੰਗ। ਸੋ ਖੁੱਲ੍ਹੇ ਮੂਹਰੇ ਆ ਗਿਆ ਤਾਂ ਇਹ ਖੁੱਲ੍ਹੀ ਕਵਿਤਾ ਦੇ ਮੋਢੀ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੋਵੇਗੀ, ਯਾਦ ਰੱਖਣਾ। ਔਰ ਲੇਖ ਵੀ ਉਹਨਾਂ ਦੇ ਇੱਦਾਂ ਹੀ ਨੇ ਜੀ, ਖੁੱਲ੍ਹੇ ਲੇਖ, ਸਿੱਖੀ ਸੌਖੀ ਅਤੇ ਸਿੱਖੀ ਔਖੀ ਜੀ। ਮੁੱਖ ਵਿਸ਼ੇ ਜਿਹੜੇ ਉਹਨਾਂ ਦੇ ਉਹ ਰੋਮਾਂਸਵਾਦ, ਪ੍ਰਕਿਰਤੀ ਚਿੱਤਰਨ, ਪੰਜਾਬ ਪਿਆਰ, ਰਹੱਸਵਾਦੀ ਅਤੇ ਦਾਰਸ਼ਨਿਕਤਾ ਹੈ ਜੀ। ਔਰ ਕਾਵ ਗੁਣ ਉਹਨਾਂ ਦੇ ਨੇ ਜੀ ਖੁੱਲ੍ਹੀ ਕਵਿਤਾ ਦਾ ਆਰੰਭ ਉਹਨਾਂ ਨੇ ਕੀਤਾ ਸੀ, ਜਿਸ ਨੂੰ ਆਪਾਂ ਕਹਿ ਸਕਦੇ ਸੈਲਾਨੀ ਛੰਦ ਦੇ ਵਿੱਚ ਜਿਹੜੀ ਉਹਨਾਂ ਨੇ ਜਾਂ ਛੰਦ ਰਹਿਤ ਕਵਿਤਾ ਜਿਹੜੀ ਉਹ ਲਿਖੀ ਸੀ। ਔਰ ਭਾਸ਼ਾ ਜਿਹੜੀ ਹੈ ਪੋਠੋਹਾਰੀ, ਸੰਸਕ੍ਰਿਤ, ਫਾਰਸੀ ਅਤੇ ਸਾਧ ਭਾਸ਼ਾ ਦਾ ਸੁਰਚਿਤਾ ਦੇ ਨਾਲ ਉਹਨਾਂ ਨੇ ਪ੍ਰਯੋਗ ਕੀਤਾ। ਉਹਨਾਂ ਨੂੰ ਪੰਜਾਬੀ ਦਾ ਅਲਬੇਲਾ ਕਵੀ ਕਿਹਾ ਜਾਂਦਾ ਸੀ। ਸੋ ਯਾਦ ਰੱਖਣਾ ਜੇ ਅਗਰ ਕੁਐਸਚਨ ਆਉਂਦਾ ਕਿ ਪੰਜਾਬੀਅਤ ਦਾ ਅਲਬੇਲਾ ਕਵੀ ਕਿਸ ਨੂੰ ਕਿਹਾ ਜਾਂਦਾ ਤਾਂ ਪ੍ਰੋਫੈਸਰ ਪੂਰਨ ਸਿੰਘ। ਨੈਕਸਟ ਹੈ ਜੀ ਆਪਣੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਜੀ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦਾ ਜਨਮ ਜਿਹੜਾ 22 ਮਈ 1897 ਨੂੰ ਪਿੰਡ ਲਗੋਟੀਆ ਖੁਰਦ, ਜ਼ਿਲ੍ਹਾ ਸਿਆਲਕੋਟ, ਪਾਕਿਸਤਾਨ ਦੇ ਵਿੱਚ ਹੋਇਆ ਸੀ ਜੀ। ਉਹਨਾਂ ਦੇ ਜਿਹੜਾ ਪਿਤਾ ਦਾ ਨਾਮ ਸੁੰਦਰ ਸਿੰਘ ਢਿੱਲੋਂ ਅਤੇ ਮਾਤਾ ਦਾ ਨਾਮ ਇੰਦਰ ਕੌਰ ਸੀ ਜੀ। ਦੇਹਾਂਤ 14 ਜਨਵਰੀ 1940 ਨੂੰ ਹੋਇਆ ਸੀ ਜੀ। ਔਰ ਉਹ ਫੌਜ ਦੇ ਵਿੱਚ ਬਤੌਰ ਜਿਹੜਾ ਹੈ ਡਾਕਟਰ ਉਹਨਾਂ ਨੇ ਨੌਕਰੀ ਕੀਤੀ ਸੀ ਜੀ। ਔਰ ਆਪਣੇ ਜੀਵਨ ਦੇ ਅੰਤਿਮ ਵਰ੍ਹਿਆਂ ਵਿੱਚ ਉਹਨਾਂ ਦੀ ਬਦਲੀ ਅੰਡੇਮਾਨ ਟਾਪੂ ਵਿੱਚ ਹੋ ਗਈ ਸੀ। ਇਸ ਜਗ੍ਹਾ ਉਸ ਸਮੇਂ ਇਸ ਸਥਾਨ ਨੂੰ ਜਿਹੜਾ ਕਾਲੇ ਪਾਣੀ ਕਿਹਾ ਜਾਂਦਾ ਸੀ। ਸੋ ਇਸ ਕਰਕੇ ਜਿਹੜਾ ਹੈ ਦੀਵਾਨ ਸਿੰਘ ਦੇ ਨਾਂ ਨਾਲ ਉਹਨਾਂ ਦਾ ਕਾਲੇ ਪਾਣੀ ਜਿਹੜਾ ਉਪਨਾਮ ਉਹ ਜੁੜ ਗਿਆ ਜੀ। ਔਰ ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਨੇ ਜੀ ਕਾਵਿ ਸੰਗ੍ਰਹਿ ਨੇ ਵਗਦੇ ਪਾਣੀ, ਅੰਤਿਮ ਲਹਿਰਾਂ ਅਤੇ ਮਲਿਆਂ ਦੇ ਬੇਰ ਜੀ। ਵਿਸ਼ਾ ਪੱਖ ਹੈ ਜੀ ਸਮਾਜ ਸੁਧਾਰਕ, ਪ੍ਰਗਤੀਵਾਦ, ਮਨੁੱਖ ਵਿੱਚ ਵਿਸ਼ਵਾਸ, ਇਸਤਰੀ ਨੂੰ ਉੱਚ ਦਰਜਾ ਅਤੇ ਵਿਦਰੋਹ ਦੀ ਸੁਰ ਉਹਨਾਂ ਦੀ ਕਵਿਤਾ ਦੇ ਵਿੱਚੋਂ ਜਿਹੜੀ ਹੈ ਪ੍ਰਗਟ ਹੁੰਦੀ ਹੈ ਜੀ। ਔਰ ਵਿਸ਼ੇਸ਼ਤਾ ਜਿਹੜੀ ਹੈ ਉਹ ਖੁੱਲ੍ਹੀ ਕਵਿਤਾ ਲਿਖੀ ਇਹਨਾਂ ਨੇ ਵੀ। ਚਿੱਤਰਾਤਮਕਤਾ, ਵਿਅੰਗ ਅਤੇ ਖਰਵਾਪਨ, ਵਲਵਲਾ, ਅਲੰਕਾਰ, ਠੇਠ ਕੇਂਦਰੀ ਅਤੇ ਮੁਹਾਵਰੇਦਾਰ ਪੰਜਾਬੀ ਇਹਨਾਂ ਨੇ ਵਰਤੀ ਜੀ। ਅੱਗੇ ਹੈ ਜੀ ਨੈਕਸਟ ਨੇ ਜੀ ਆਪਣੇ 5 ਨੰਬਰ 'ਤੇ ਬਹੁਤ ਹੀ ਇੰਪੋਰਟੈਂਟ ਅੰਮ੍ਰਿਤਾ ਪ੍ਰੀਤਮ ਜੀ। ਸੋ ਇਹਨਾਂ ਦਾ ਨਾਂ ਜਿਹੜਾ ਅੰਮ੍ਰਿਤ ਕੌਰ ਸੀ ਔਰ ਇਹਨਾਂ ਦੇ ਪਤੀ ਦਾ ਨਾਂ ਜਿਹੜਾ ਹੈ ਪ੍ਰੀਤਮ ਸਿੰਘ ਸੀ ਜੀ। ਇਸ ਕਰਕੇ ਇਹਨਾਂ ਨੇ ਆਪਣੇ ਨਾਂ ਦੇ ਨਾਲ ਜਿਹੜਾ ਅੰਮ੍ਰਿਤਾ ਦੇ ਨਾਲ ਪ੍ਰੀਤਮ ਲਗਾ ਲਿਆ ਜੀ। ਔਰ ਇਹਨਾਂ ਦਾ ਜਿਹੜਾ ਜਨਮ ਹੈ ਉਹ 31 ਅਗਸਤ 1919 ਨੂੰ ਗੁਜਰਾਂਵਾਲਾ ਪਾਕਿਸਤਾਨ ਦੇ ਵਿੱਚ ਹੋਇਆ ਸੀ ਜੀ। ਪਿਤਾ ਕਰਤਾਰ ਸਿੰਘ ਹਿਤਕਾਰੀ, ਮਾਤਾ ਰਾਜ ਬੀਬੀ ਸੀ ਜੀ। ਦੇਹਾਂਤ ਇਹਨਾਂ ਦਾ 31 ਅਕਤੂਬਰ 2005 ਨੂੰ ਹੋਇਆ ਸੀ। ਔਰ ਇਹਨਾਂ ਦੇ ਪ੍ਰਮੁੱਖ ਕਾਵਿ ਸੰਗ੍ਰਹਿ ਸੀ ਜੀ ਉਹ ਗੀਤਾਂ ਵਾਲਿਓ, ਬੱਦਲਾਂ ਦੇ ਪੱਲੇ ਵਿੱਚ, ਸਾਂਝ ਦੀ ਲਾਲੀ, ਲੋਕ ਪੀੜਾਂ, ਪੱਥਰ ਗੀਟੇ, ਲੰਮੀਆਂ ਵਾਟਾਂ, ਮੈਂ ਤਵਾਰੀਖ ਹਾਂ ਹਿੰਦ ਦੀ। ਸੋ ਇਹ 47 ਦੇ ਵੇਲੇ ਲਿਖੀ ਗਈ ਸੀ ਜੀ। ਸਰਗੀ ਵੇਲਾ, ਸੁਨੇਹੜੇ, ਅਸ਼ੋਕਾ ਚੇਤੀ, ਕਸਤੂਰੀ, ਨਾਗਮਣੀ, ਕਾਗਜ਼ ਤੇ ਕਨਵੈਂਸ ਤੋਂ ਪਿੱਛੋਂ, ਜਿਉਂਦਾ ਜੀਵਨ, ਅੰਮ੍ਰਿਤ ਲਹਿਰਾਂ, ਸਾਂਝ ਦੀ ਲਾਲੀ ਅਤੇ ਤਰੇਲ ਤੋਤੇ ਫੁੱਲ। ਸੋ ਇਹ ਜ਼ਰੂਰ ਕਰ ਲਿਓ ਜੀ ਕਿਉਂਕਿ ਇਹਨਾਂ ਦੇ ਨਾਲ ਰਿਲੇਟਡ ਕੁਐਸਚਨ ਹਰ ਵਾਰ ਜਿਹੜਾ ਐਗਜ਼ਾਮ ਦੇ ਵਿੱਚ ਜ਼ਰੂਰ ਆਉਂਦਾ। ਔਰ ਇਹਨਾਂ ਦੀਆਂ ਕਹਾਣੀਆਂ ਸੀ ਜੀ ਮੋਮਬੱਤੀਆਂ ਦਾ ਭੇਤ, ਜੰਗਲੀ ਬੂਟੀ, 5 ਵਰ੍ਹੇ, ਲੰਮੀ ਸੜਕ, ਕੁੰਜੀਆਂ ਔਰ ਹੀਰੇ ਦੀ ਕਣੀ, ਲਟੀਆਂ ਦੀ ਛੋਕਰੀ, ਇੱਕ ਸ਼ਹਿਰ ਦੀ ਮੌਤ। ਔਰ ਇਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਜਿਹੜਾ ਪੁਰਸਕਾਰ 1956 ਵਿੱਚ ਸੁਨੇਹੜੇ ਕਾਵਿ ਸੰਗ੍ਰਹਿ ਦੇ ਲਈ ਮਿਲਿਆ। ਔਰ ਗਿਆਨਪੀਠ ਪੁਰਸਕਾਰ ਇਹਨਾਂ ਨੂੰ 1982 ਦੇ ਵਿੱਚ ਕਾਗਜ਼ ਤੇ ਕਨਵੈਂਸ ਦੇ ਲਈ ਮਿਲਿਆ। ਔਰ ਪੁਰਸਕਾਰ ਪ੍ਰਾਪਤ ਕਰਨ ਵਾਲੀ ਇਹ ਪੰਜਾਬੀ ਦੀ ਪਹਿਲੀ ਲੇਖਿਕਾ ਸੀ ਜੀ, ਯਾਦ ਰੱਖਣਾ ਇਸੇ ਕਰਕੇ ਇੰਪੋਰਟੈਂਟ ਹੈ ਜੀ ਇਹ। ਸ਼ਤਾਬਦੀ ਪੰਜਾਬੀ ਕਵੀ, ਸੋ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਇਹਨਾਂ ਨੂੰ 2000 ਦੇ ਵਿੱਚ ਦਿੱਤਾ ਗਿਆ ਜੀ। ਪਦਮ ਵਿਭੂਸ਼ਣ ਭਾਰਤ ਸਰਕਾਰ ਵੱਲੋਂ 2004 ਦੇ ਵਿੱਚ ਮਿਲਿਆ ਜੀ। ਔਰ ਮੁੱਖ ਵਿਸ਼ੇ ਇਹਨਾਂ ਦੇ ਜਿਹੜਾ ਹੈ ਪਿਆਰ, ਨਾਰੀ ਸੰਵੇਦਨਾ, ਭਾਰਤ ਦੀ ਆਜ਼ਾਦੀ, ਮਜ਼ਦੂਰ ਵਰਗ ਦੀ ਖੁਸ਼ਹਾਲੀ, ਅਮਨ ਦੀ ਸਥਾਪਨਾ, ਕਾਵਿ ਦੀ ਵਿਸ਼ੇਸ਼ਤਾ ਦੀ ਛੰਦਾਬੱਧੀ, ਰਸਾਂ ਦੀ ਹੋਂਦ, ਤਿੱਖਾ ਵਿਅੰਗ, ਅਲੰਕਾਰਾਂ ਦੀ ਵਰਤੋਂ, ਪ੍ਰਤੀਕ ਤੇ ਬਿੰਬ ਤੇ ਸੰਗੀਤਮਕਤਾ, ਭਾਸ਼ਾ ਠੇਠ ਪੰਜਾਬੀ ਮੁਹਾਵਰੇਦਾਰ ਹੈ ਜੀ। ਸੋ ਪੰਜਾਬ ਦੀ ਆਵਾਜ਼ ਇਹਨਾਂ ਨੂੰ ਕਿਹਾ ਜੀ ਪ੍ਰਿੰਸੀਪਲ ਤੇਜਾ ਸਿੰਘ ਨੇ। ਔਰ ਪੰਜਾਬੀ ਬਾਗ ਦੀ ਬੁਲਬੁਲ ਵੀ ਇਹਨਾਂ ਨੂੰ ਕਿਹਾ ਜਾਂਦਾ ਜੀ।
ਔਰ ਇਹਨਾਂ ਦੀ ਸਵੈ ਜੀਵਨੀ ਆਤਮ ਕਥਾ ਹੈ ਜੀ ਰਸੀਦੀ ਟਿਕਟ ਜੀ। ਔਰ ਇਹਨਾਂ ਦੀਆਂ ਮਹੱਤਵਪੂਰਨ ਪੋਇਮਸ ਨੇ ਜੀ ਅੰਨਦਾਤਾ ਹੋ ਗਿਆ ਜਿਵੇਂ, ਔਰ ਅੱਜ ਆਖਾਂ ਵਾਰਿਸ ਸ਼ਾਹ ਨੂੰ। ਸੋ ਇੰਪੋਰਟੈਂਟ ਪੋਇਮਸ ਦੀ ਵੀ ਇੱਕ ਲਿਸਟ ਆਪਾਂ ਬਣਾ ਕੇ ਜਿਹੜਾ ਉਹਨਾਂ ਨੂੰ ਵੀ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਨੈਕਸਟ ਹੈ ਜੀ ਆਪਣਾ ਸ਼ਿਵ ਕੁਮਾਰ ਬਟਾਲਵੀ ਜੀ। ਸੋ ਬਿਰਹਾ ਦਾ ਕਵੀ ਜਿਨ੍ਹਾਂ ਨੂੰ ਕਿਹਾ ਜਾਂਦਾ ਜੀ। ਜਨਮ ਇਹਨਾਂ ਦਾ ਹੋਇਆ ਸੀ ਜੀ 8 ਅਕਤੂਬਰ 1937 ਨੂੰ ਪਿੰਡ ਲੋਟੀਆ ਜ਼ਿਲ੍ਹਾ ਸਿਆਲਕੋਟ। ਪਿਤਾ ਦਾ ਨਾਂ ਕ੍ਰਿਸ਼ਨ ਗੋਪਾਲ ਸੀ ਜੀ। ਦੇਹਾਂਤ ਇਹਨਾਂ ਦਾ 6 ਮਈ 1973 ਨੂੰ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਕਾਰਨ ਹੋਇਆ ਸੀ ਜੀ। ਕਾਵਿ ਰਚਨਾਵਾਂ ਨੇ ਜੀ ਇਹਨਾਂ ਦੀਆਂ ਪੀੜਾਂ ਦਾ ਪਰਾਗਾ, ਸੋ ਲਾਜਵੰਤੀ ਔਰ ਲੂਣਾ ਕੀ ਸੀ, ਇੱਕ ਕਾਵਿ ਨਾਟਕ ਸੀ ਜੀ। ਆਟੇ ਦੀਆਂ ਚਿੜੀਆਂ, ਦਰਦਮੰਦਾਂ ਦੀਆਂ ਆਹੀ ਔਰ ਮੈਨੂੰ ਵਿਦਾ ਕਰੋ, ਸੋਗ, ਮੈਂ ਤੇ ਮੈਂ, ਆਰਤੀ, ਅਲਵਿਦਾ, ਬਿਰਹਾ ਤੂ ਸੁਲਤਾਨ। ਸੋ ਇਹਨਾਂ ਦੀਆਂ ਸਾਰੀਆਂ ਰਚਨਾਵਾਂ ਦੇ ਵਿੱਚੋਂ ਜਿਹੜੀ ਹੈ ਇੱਕ ਝਲਕ ਆਉਂਦੀ ਹੈ ਇੱਕ ਪੀੜਾ ਦੀ। ਸੋ ਇਸ ਤਰੀਕੇ ਨਾਲ ਆਪਾਂ ਇਸ ਨੂੰ ਯਾਦ ਜਿਹੜਾ ਹੈ ਰੱਖ ਸਕਦੇ ਹਾਂ ਸ਼ਿਵ ਕੁਮਾਰ ਨੂੰ ਬਿਰਹਾ ਦੇ ਕਵੀ ਦੇ ਤੌਰ 'ਤੇ। ਔਰ ਇਹਨਾਂ ਦੀਆਂ ਰਚਨਾਵਾਂ ਵੀ ਫਿਰ ਆਪਾਂ ਨੂੰ ਉਸੇ ਤਰੀਕੇ ਨਾਲ ਜਿਹੜੀਆਂ ਯਾਦ ਨੇ ਉਹ ਹੋ ਜਾਣਗੀਆਂ ਜੀ। ਸੋ ਅੱਗੇ ਹੈ ਜੀ ਸਾਹਿਤ ਅਕਾਦਮੀ ਪੁਰਸਕਾਰ ਇਹਨਾਂ ਨੂੰ ਲੂਣਾ ਦੇ ਲਈ ਮਿਲਿਆ ਸੀ ਜੀ 1967 ਦੇ ਵਿੱਚ। ਔਰ ਭਾਸ਼ਾ ਵਿਭਾਗ ਪੰਜਾਬ ਸਰਕਾਰ ਵੱਲੋਂ ਪੁਰਸਕਾਰ ਇਹਨਾਂ ਨੂੰ ਮਿਲਿਆ ਸੀ ਜੀ 1962 ਦੇ ਵਿੱਚ। ਪ੍ਰਮੁੱਖ ਵਿਸ਼ਾ ਜੀ ਰੋਮਾਂਸ ਤੇ ਬਿਰਹਾ ਦਾ ਕਵੀ ਹੈ ਜੀ। ਪ੍ਰਕਿਰਤੀ ਪਿਆਰ, ਕਾਮੁਕਤਾ, ਪ੍ਰਗਤੀਵਾਦੀ, ਨਿਰਾਸ਼ਾਵਾਦੀ ਔਰ ਕਾਵਿ ਵਿਸ਼ੇਸ਼ਤਾ, ਨਵੇਂ ਬਿੰਬ ਤੇ ਉਪਮਾਵਾਂ ਦਾ ਪ੍ਰਯੋਗ, ਅਲੰਕਾਰ, ਰਸਾਂ ਦੀ ਹੋਂਦ, ਛੰਦਾਬੰਦੀ ਔਰ ਠੇਠ ਪੰਜਾਬੀ ਦੇ ਵਿੱਚ ਇਹਨਾਂ ਨੇ ਲਿਖਿਆ ਜੀ। ਨੈਕਸਟ ਹੈ ਜੀ ਆਪਣਾ ਸੁਰਜੀਤ ਪਾਤਰ ਜੀ, ਜਿਨ੍ਹਾਂ ਦਾ ਜਨਮ ਜਿਹੜਾ ਹੈ 1945 ਪਿੰਡ ਪੱਤੜ ਕਲਾਂ ਜ਼ਿਲ੍ਹਾ ਜਲੰਧਰ ਦੇ ਵਿੱਚ ਹੋਇਆ ਸੀ ਜੀ। ਪਿਤਾ ਦਾ ਨਾਮ ਸਰਦਾਰ ਹਰਭਜਨ ਸਿੰਘ। ਪ੍ਰਮੁੱਖ ਰਚਨਾਵਾਂ ਨੇ ਜੀ ਹਵਾ ਵਿੱਚ ਲਿਖੇ ਹਰਫ, ਬਿਰਖ ਅਰਜ ਕਰੇ, ਹਨੇਰੀ ਵਿੱਚ ਸੁਲਗਦੀ ਵਰਨਮਾਲਾ। ਕੁਝ ਕਵਿਤਾਵਾਂ ਜਿਹੜੀਆਂ ਨੇ ਉਹਨਾਂ ਦੀਆਂ ਉਹ ਕਾਲਜ ਕਿਤਾਬ ਵਿੱਚ ਦੂਸਰੇ ਕਵੀਆਂ ਦੇ ਨਾਲ ਵੀ ਛਪੀਆਂ ਨੇ। ਔਰ ਸਾਹਿਤ ਅਕਾਦਮੀ ਪੁਰਸਕਾਰ ਇਹਨਾਂ ਨੂੰ ਮਿਲਿਆ ਸੀ ਜੀ 1993 ਵਿੱਚ ਹਨੇਰੇ ਵਿੱਚ ਸੁਲਗਦੀ ਵਰਨਮਾਲਾ ਦੇ ਲਈ। ਅੱਗੇ ਹੈ ਜੀ ਵਿਸ਼ਾ ਪੱਖ ਹੈ ਜੀ ਸਮੇਂ ਦੀ ਪ੍ਰਤੀ ਸੁਚੇਤਤਾ, ਆਧੁਨਿਕ ਮਨੁੱਖ ਦਾ ਮੈਲਾਪਨ, ਸਮਾਜੀ ਲੁੱਟ ਖਸੁੱਟ, ਲੋਕ ਵਿਰੋਧੀ ਰਾਜਨੀਤੀ, ਦੇਸ਼ ਦਾ ਗਲਤ ਢਾਂਚਾ ਔਰ ਰੂਪਕ ਪੱਖ, ਛੰਦਾਬੰਦੀ, ਅਲੰਕਾਰ, ਬਿੰਦ, ਰਸ ਤੇ ਵਿਅੰਗ ਦਾ ਪ੍ਰਯੋਗ। ਔਰ ਭਾਸ਼ਾ ਜਿਹੜੀ ਇਹਨਾਂ ਦੀ ਠੇਠ ਕੇਂਦਰੀ ਭਾਸ਼ਾ ਹੈ ਜੀ, ਪਰ ਕਈ ਥਾਵਾਂ 'ਤੇ ਮਲਵਈ ਦੇ ਸ਼ਬਦ ਔਰ ਗਜ਼ਲਾਂ ਦੇ ਵਿੱਚ ਉਰਦੂ ਦੇ ਸ਼ਬਦ ਆਪ ਮੁਹਾਰੇ ਆ ਜਾਂਦੇ ਨੇ। ਅੱਗੇ ਹੈ ਜੀ ਨੰਦ ਲਾਲ ਨੂਰਪੁਰੀ ਜੀ। ਸੋ ਇਹਨਾਂ ਦੇ ਪਿੰਡ ਕਰਕੇ ਇਹਨਾਂ ਦਾ ਨਾਂ ਜਿਹੜਾ ਹੈ ਨੂਰਪੁਰੀ ਪੈ ਗਿਆ ਜੀ ਪਿੱਛੇ। 1906 ਵਿੱਚ ਪਿੰਡ ਨੂਰਪੁਰ ਜ਼ਿਲ੍ਹਾ ਲੈਲਪੁਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਜੀ। ਪਿਤਾ ਦਾ ਨਾਮ ਬਿਸ਼ਨ ਸਿੰਘ ਜੀ। ਦੇਹਾਂਤ 23 ਮਈ 1966 ਨੂੰ। ਰਚਨਾਵਾਂ ਨੇ ਜੀ ਪੰਜਾਬ ਬੋਲਿਆ, ਆਖਰੀ ਸੁਗਾਤ, ਨੂਰਪੁਰੀ ਦੇ ਗੀਤ, ਚੰਗਿਆੜੇ, ਵੰਗਾਂ ਔਰ ਜਿਉਂਦਾ ਪੰਜਾਬ ਜੀ। ਔਰ ਭਾਸ਼ਾ ਵਿਭਾਗ ਵੱਲੋਂ ਇਹਨਾਂ ਨੂੰ ਸੁਗਾਤ ਦੇ ਲਈ ਜਿਹੜਾ ਪੁਰਸਕਾਰ ਮਿਲਿਆ ਜੀ। ਔਰ ਇਹਨਾਂ ਦਾ ਪ੍ਰਮੁੱਖ ਜਿਹੜਾ ਇਹਨਾਂ ਨੇ ਗੀਤ ਵੀ ਲਿਖੇ ਨੇ ਜੀ ਕਾਫੀ। ਔਰ ਵਿਸ਼ਾ ਜਿਹੜਾ ਇਹਨਾਂ ਦਾ ਪੰਜਾਬੀ ਸੱਭਿਆਚਾਰ ਰਿਹਾ। ਔਰ ਗਰੀਬਾਂ ਅਤੇ ਕਿਸਾਨਾਂ ਦੇ ਲਈ ਹਮਦਰਦੀ, ਦੇਸ਼ ਪਿਆਰ, ਸਿੱਖ ਧਰਮ ਪ੍ਰਤੀ ਸ਼ਰਧਾ ਜੀ। ਰੂਪਕ ਪੱਖ ਹੈ ਜੀ ਸੰਗੀਤਕ ਲੈਅ, ਅਲੰਕਾਰ, ਇਤਿਹਾਸ ਮਿਥਿਹਾਸ ਦੀ ਵਰਤੋਂ ਔਰ ਸੰਬੋਧਨੀ ਸ਼ੈਲੀ ਹੈ ਜੀ ਇਹਨਾਂ ਦੀ। ਨੈਕਸਟ ਹੈ ਜੀ ਆਪਣੇ ਹੀਰਾ ਸਿੰਘ ਦਰਦ। ਇਹਨਾਂ ਦਾ ਜਨਮ 30 ਸਤੰਬਰ 1890 ਨੂੰ ਪਿੰਡ ਘਗਰੋਟ ਜ਼ਿਲ੍ਹਾ ਰਾਵਲਪਿੰਡੀ ਦੇ ਵਿੱਚ ਹੋਇਆ ਜੀ। 22 ਜੂਨ 1964 ਨੂੰ ਦੇਹਾਂਤ ਹੋ ਗਿਆ ਸੀ ਜੀ। ਪਿਤਾ ਦਾ ਨਾਮ ਭਾਈ ਹਰੀ ਸਿੰਘ ਨਿਰੰਕਾਰੀ ਸੀ ਜੀ। ਇਹਨਾਂ ਦੀਆਂ ਜਿਹੜੀਆਂ ਪ੍ਰਮੁੱਖ ਰਚਨਾਵਾਂ ਨੇ ਉਹ ਨੇ ਜੀ ਉਪਕਾਰਾਂ ਦੀ ਵੰਨਗੀ 1912 ਦੇ ਵਿੱਚ, ਔਰ ਸਿੱਖ ਬੱਚਿਓ ਜਾਗੋ 1913 ਦੇ ਵਿੱਚ। ਦਰਦ ਸੁਨੇਹੇ 3 ਭਾਗ ਨੇ ਜੀ। ਇਸ 'ਤੇ ਕੁਐਸਚਨ ਆ ਸਕਦਾ ਹੈ ਕਿ ਦਰਦ ਸੁਨੇਹੇ ਦੇ ਕਿੰਨੇ ਭਾਗ ਨੇ, 1 2 3 ਜਾਂ 4, ਤਾਂ ਯਾਦ ਰੱਖਣਾ ਕਿ 3 ਭਾਗ ਨੇ। ਹੋਰ ਅਗੇਰੇ 94 ਦਰਦ ਸੁਨੇਹੇ। ਸੋ ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਨੇ ਜੀ ਕਹਾਣੀ ਸੰਗ੍ਰਹਿ ਨੇ ਜੀ ਇਹਨਾਂ ਦੇ ਪੰਜਾਬੀ ਸਦਰਾਂ, ਕਿਸਾਨ ਦੀਆਂ ਆਹੀ ਅਤੇ ਆਸ ਦੀ ਤੰਦ। ਸਫ਼ਰਨਾਮਾ ਜੀ ਬ੍ਰਿਜ ਭੂਮੀ ਅਤੇ ਮਲਾਇਆ ਦੀ ਯਾਤਰਾ, ਭਾਰਤ ਤੇ ਬੰਦੀ ਛੋੜ। ਔਰ ਜੀਵਨੀਆਂ ਨੇ ਜੀ ਨਵੀਨ ਭਾਰਤ ਦੇ ਰਾਜਸੀ ਆਗੂ ਜੀ। ਨੈਕਸਟ ਨੇ ਜੀ ਅਗਲੇ ਆਪਣੇ ਕਵੀ ਬਾਵਾ ਬਲਵੰਤ ਜੀ। ਸੋ ਇਹਨਾਂ ਦਾ ਜਿਹੜਾ ਜਨਮ ਹੈ ਜੀ ਅਗਸਤ 1915 ਦੇ ਵਿੱਚ ਹੋਇਆ ਸੀ ਜੀ। ਪਿੰਡ ਨੇਸ਼ਟਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ। ਪਿਤਾ ਦਾ ਨਾਮ ਹਕੀਮ ਠਾਕੁਰ ਦੀਨਾਨਾਥ ਔਰ ਮਾਤਾ ਗਿਆਨਦੇਵੀ ਜੀ। ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਸੀ ਜੀ ਸ਼ੇਰੇ ਹਿੰਦ 1930 ਦੇ ਵਿੱਚ ਆਈ ਸੀ, ਪਰ ਅੰਗਰੇਜ਼ਾਂ ਦੁਆਰਾ ਇਹ ਜਿਹੜੀ ਜ਼ਬਤ ਕਰ ਲਈ ਗਈ ਸੀ ਜੀ। ਸੋ ਇਸ ਤਰ੍ਹਾਂ ਦੇ ਇੰਪੋਰਟੈਂਟ ਕੁਐਸਚਨ ਜਿਹੜੇ ਨੇ ਉਹ ਪੁੱਛੇ ਜਾ ਸਕਦੇ ਨੇ। ਕਿਹੜੀ ਰਚਨਾ
ਕਦੋਂ ਜਿਹੜੀ ਹੈ ਬਾਬਾ ਬਲਵੰਤ ਦੀ ਜ਼ਬਤ ਕੀਤੀ ਗਈ? 1930 ਦੇ ਵਿੱਚ ਸ਼ੇਰੇ ਹਿੰਦ ਜੀ। ਉਸ ਤੋਂ ਬਾਅਦ ਇਹਨਾਂ ਦੀ ਆਏ ਜੀ 1941 ਦੇ ਵਿੱਚ ਮਹਾਨਾਚ, ਔਰ ਉਸ ਤੋਂ ਬਾਅਦ ਹੈ ਜੀ ਅਮਰ ਗੀਤ 1942, ਜਵਾਲਾਮੁਖੀ 1943, ਬੰਦਰਗਾਹ 1951, ਸੁਗੰਧ ਸਮੀਰ 1959 ਔਰ ਕਾਵ ਸਾਗਰ ਚੋਣੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ ਜੀ। ਸੋ ਪੁੱਛਿਆ ਜਾ ਸਕਦਾ ਕਿ ਕਾਵ ਸਾਗਰ ਜਿਹੜਾ ਜਾਂ ਬਾਬਾ ਬਲਵੰਤ ਦੀਆਂ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਹਿ ਕਿਹੜਾ ਹੈ? ਸੁਗੰਧ ਸਮਰੀਰ, ਜਵਾਲਾਮੁਖੀ, ਮਹਾਨਾਚ ਜਾਂ ਕਾਵ ਸਾਗਰ? ਤਾਂ ਆਨਸਰ ਹੋਏਗਾ ਕਾਵ ਸਾਗਰ। ਸੋ ਇਦਾਂ ਦੇ ਕੁਐਸਚਨ ਜਿਹੜੇ ਨੇ ਪੁੱਛੇ ਜਾ ਸਕਦੇ ਨੇ। ਅੱਗੇ ਜੀ ਲੇਖ ਸੰਗ੍ਰਹਿ ਹੈ ਜੀ, ਕਿਸ ਕਿਸ ਤਰ੍ਹਾਂ ਦੇ ਨਾਚ, ਔਰ ਇਹ ਪ੍ਰਗਤੀਵਾਦੀ ਤੇ ਬੌਧਿਕ ਕਵੀ ਸਨ ਜੀ। ਵਿਸ਼ਾ ਪੱਖ ਸੀ ਜੀ ਇਹਨਾਂ ਦਾ ਪ੍ਰਗਤੀਵਾਦ, ਰੋਮਾਂਸਵਾਦ, ਛਾਇਆਵਾਦ, ਕ੍ਰਾਂਤੀਕਾਰੀ ਅੰਸ਼, ਪਿਆਰ, ਵਿਸ਼ਵ ਸ਼ਾਂਤੀ, ਕਾਵ ਗੁਣ, ਵਧੀਆ ਨਿੱਜੀ ਤੇ ਮੌਲਿਕ ਸ਼ੈਲੀ ਤੇ ਕਲਪਨਾ ਉਡਾਰੀ। ਸੋ ਕਾਵ ਗੁਣ ਨਾਲੋਂ ਵਿਸ਼ਾ ਪੱਖ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ ਜੀ ਇਹਨਾਂ ਦੀਆਂ ਰਚਨਾਵਾਂ ਨੂੰ ਯਾਦ ਕਰਨਾ। ਸੋ ਇੱਕ ਦੋ ਵਾਰੀ ਵੀਡੀਓ ਸੁਣੋਗੇ ਤਾਂ ਯਾਦ ਹੋ ਜੂਗੀ ਜੀ। ਨੈਕਸਟ ਹੈ ਜੀ 11 ਨੰਬਰ 'ਤੇ ਜਸਵੰਤ ਸਿੰਘ ਨੇਕੀ ਜੀ। ਜਨਮ 27 ਅਗਸਤ 1925, ਮੁਰੀਦ, ਜ਼ਿਲ੍ਹਾ ਜੇਹਲਮ, 11 ਸਤੰਬਰ 1915। ਰਚਨਾਵਾਂ ਨੇ ਜੀ ਇਹਨਾਂ ਦੀਆਂ ਦੰਦ ਕ੍ਰੀੜਾ, ਇਹ ਮੇਰੇ ਸੰਸੇ, ਇਹ ਮੇਰੇ ਗੀਤ, ਕਰਨਾ ਦੀ ਸ਼ੋਅ ਤੋਂ ਮਗਰੋਂ, ਨਾ ਇਹ ਗੀਤ ਨਾ ਬਿਰਹੜਾ, ਤੇ ਪ੍ਰਤੀਬੰਬਾਂ ਤੇ ਸਰੋਵਰ ਚੋਂ, ਅਸਲੋਂ ਤੇ ਓਲੇ, ਗੀਤ ਮੇਰਾ ਸੋਲਾ ਤੇਰਾ, ਸਿਮਰਤੀ ਦੇ ਕਿਰਨ ਤੋਂ ਪਹਿਲਾਂ, ਬਿਰਖੇ ਹੇਠ ਸਭ ਜੰਤ ਕੋਈ ਨਾਉ ਨਾ ਜਾਣੇ ਮੇਰਾ। ਸੋ ਇਹ ਉਹਨਾਂ ਦੀ ਜਿਹੜੀ ਕਵਿਤਾ ਦੇ ਵਿੱਚ ਸਵੈ ਜੀਵਨੀ ਹੈ ਜੀ। ਇੰਪੋਰਟੈਂਟ ਹੈ ਜੀ ਇਹ ਵੀ ਕਿ ਜਿਹੜੀ ਬਿਰਖੇ ਹੇਠ ਜਾਂ ਜਿਹੜੀ ਹੈ ਜਸਵੰਤ ਸਿੰਘ ਨੇਕੀ ਦੀ ਕਵਿਤਾ ਦੇ ਰੂਪ ਦੇ ਵਿੱਚ ਸਵੈ ਜੀਵਨੀ ਕਿਹੜੀ ਰਚਨਾ ਹੈ? ਤਾਂ ਉਹ ਹੈ ਬਿਰਖੇ ਹੇਠ ਸਭ ਜੰਤ ਕੋਈ ਨਾਉ ਨਾ ਜਾਣੇ ਮੇਰਾ। ਔਰ ਸਾਹਿਤ ਅਕਾਦਮੀ ਪੁਰਸਕਾਰ ਇਹਨਾਂ ਨੂੰ ਮਿਲਿਆ ਜੀ ਕਰਨਾ ਦੀ ਸ਼ੋਅ ਤੋਂ ਮਗਰੋਂ ਬੁੱਕ ਨੂੰ ਜੀ। ਔਰ ਇਹਨਾਂ ਦਾ ਜਿਹੜਾ ਵਿਸ਼ਾ ਪੱਖ ਹੈ ਜੀ ਅਧਿਆਤਮਕ, ਆਤਮਾ ਬਾਰੇ ਵਿਚਾਰ, ਰਹੱਸਵਾਦ, ਨਵਾਂ ਦਰਸ਼ਨ, ਵਿਗਿਆਨ, ਸੋਚ, ਔਰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਅਵਾਰਡ ਇਹਨਾਂ ਨੂੰ ਭਾਸ਼ਾ ਵਿਭਾਗ ਵੱਲੋਂ ਮਿਲਿਆ ਜੀ। ਅੱਗੇ ਹੈ ਜੀ ਡਾਕਟਰ ਜਗਤਾਰ। ਸੋ ਇਹਨਾਂ ਦਾ ਜਨਮ ਜਿਹੜਾ ਹੋਇਆ 23 ਮਾਰਚ 1935 ਨੂੰ ਜੀ, ਪਿੰਡ ਰਾਜ ਗੋਮਾਲ, ਜ਼ਿਲ੍ਹਾ ਜਲੰਧਰ, ਸਰਦਾਰ ਨੱਥਾ ਸਿੰਘ ਦੇ ਘਰ। ਦੇਹਾਂਤ 30 ਮਾਰਚ 2010 ਨੂੰ ਜੀ। ਰਚਨਾਵਾਂ ਨੇ ਜੀ ਦੁੱਧ ਪੱਥਰੀ, ਲਹੂ ਦੇ ਨਕਸ਼, ਅਧੂਰਾ ਆਦਮੀ, ਛਾਂਗਿਆ ਰੁੱਖ, ਤਲਖੀਆਂ ਰੰਗੀਨੀਆਂ, ਰੁੱਤਾਂ ਰੰਗਲੀਆਂ, ਸ਼ੀਸ਼ੇ ਦੇ ਜੰਗਲ। ਉਸ ਤੋਂ ਬਾਅਦ ਹੈ ਜੀ ਜੰਜੀਰੀਆਂ ਵਿੱਚ ਘਿਰਿਆ ਸਮੁੰਦਰ, ਚੁਨਕਰੀ ਸ਼ਾਮ, ਜੁਗਨੂ ਦੀਵਾ ਤੇ ਦਰਿਆ। ਬਹੁਤ ਇੰਪੋਰਟੈਂਟ ਹੈ ਜੀ। ਸੋ ਪੁਰਸਕਾਰ ਇਹਨਾਂ ਨੂੰ ਮਿਲੇ ਨੇ ਜੀ ਸ਼੍ਰੋਮਣੀ ਕਵੀ ਭਾਸ਼ਾ ਵਿਭਾਗ ਵੱਲੋਂ 1991 ਦੇ ਵਿੱਚ, ਪੰਜਾਬੀ ਅਕਾਦਮੀ ਲੁਧਿਆਣਾ ਵੱਲੋਂ 1993 ਦੇ ਵਿੱਚ, ਔਰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਬਹੁਤ ਇੰਪੋਰਟੈਂਟ ਹੈ ਜੀ 1995 ਦੇ ਵਿੱਚ ਮਿਲਿਆ ਸੀ ਇਹਨੂੰ ਜੁਗਨੂ ਦੀਵਾ ਤੇ ਦਰਿਆ। ਯਾਦ ਰੱਖਣਾ ਹੈ ਕਿ ਜਿਹੜਾ ਹੈ ਡਾਕਟਰ ਜਗਤਾਰ ਨੂੰ ਕਿਸ ਪੁਸਤਕ ਦੇ ਲਈ ਪੁਰਸਕਾਰ ਮਿਲਿਆ? ਜੁਗਨੂ ਦੀਵਾ ਤੇ ਦਰਿਆ। ਕਦੋਂ ਮਿਲਿਆ? 1995 ਦੇ ਵਿੱਚ। ਔਰ ਵਿਸ਼ਾ ਪੱਖ ਨਾਲ ਇਹਦੇ ਇਕਲਾਪਾ, ਕ੍ਰਾਂਤੀਕਾਰੀ ਵਿਚਾਰ, ਪ੍ਰਗਤੀਵਾਦੀ, ਕ੍ਰਾਂਤੀਵਾਦੀ ਅੰਸ਼, ਔਰ ਆਪੇ ਦੀ ਪਹਿਚਾਣ, ਮੌਤ ਤੇ ਖੁਦੀ। ਅੱਗੇ ਹੈ ਜੀ ਪਾਸ਼। ਸੋ ਇਹਨਾਂ ਦਾ ਜਨਮ ਜਿਹੜਾ 9 ਸਤੰਬਰ 1950 ਨੂੰ ਪਿੰਡ ਤਲਵੰਡੀ ਸਲੀਮ, ਜ਼ਿਲ੍ਹਾ ਜਲੰਧਰ ਦੇ ਵਿੱਚ ਹੋਇਆ ਜੀ। ਪਿਤਾ ਸੋਹਣ ਸਿੰਘ ਸੰਧੂ, ਮਾਤਾ ਦਾ ਨਾਮ ਨਸੀਬ ਕੌਰ ਸੀ ਜੀ। ਦੇਹਾਂਤ 23 ਮਾਰਚ 1988 ਨੂੰ ਹੋਇਆ। ਕਾਵ ਰਚਨਾਵਾਂ ਨੇ ਇਹਨਾਂ ਦੀਆਂ ਲੋਹ ਕਥਾ, ਉੜਦੇ ਬਾਜਾਂ ਮਗਰ, ਬਹੁਤ ਇੰਪੋਰਟੈਂਟ ਹੈ ਜੀ, ਕੁਐਸਚਨ ਆ ਚੁੱਕਾ ਲਾਸਟ ਈਅਰ ਕਿ ਉੜਦੇ ਬਾਜਾਂ ਮਗਰ ਕਿਸ ਦੀ ਰਚਨਾ? ਸਾਡੇ ਸਮਿਆਂ ਵਿੱਚ, ਔਰ ਲੜਾਂਗੇ ਸਾਥੀ ਖਿਲਰੇ ਹੋਏ ਵਰਕੇ। ਸੋ ਸਾਡੇ ਸਮਿਆਂ ਵਿੱਚ ਪਾਸ਼, ਔਰ ਲੜਾਂਗੇ ਸਾਥੀ ਖਿਲਰੇ ਹੋਏ ਪਾਸ਼। ਵਿਸ਼ਾ ਪੱਖ ਇਹਨਾਂ ਦਾ ਜੁਝਾਰਵਾਦੀ ਝੁਕਾਓ ਹੈ ਜੀ, ਯਾਦ ਰੱਖਣਾ। ਸੋ ਜੁਝਾਰਵਾਦੀ ਝੁਕਾਓ ਹੈ। ਇਹਨਾਂ ਦਾ ਪੂਰਾ ਨਾਂ ਜਿਹੜਾ ਅਵਤਾਰ ਸਿੰਘ ਪਾਸ਼ ਸੀ ਜੀ, ਇਹ ਵੀ ਯਾਦ ਰੱਖਣਾ। ਕਈ ਵਾਰੀ ਜਿਹੜਾ ਐਗਜ਼ਾਮ 'ਚ ਆ ਜਾਂਦਾ ਕਿ ਪਾਸ਼ ਦਾ ਪੂਰਾ ਨਾਮ ਕੀ ਸੀ, ਤਾਂ ਇਹਨਾਂ ਦਾ ਪੂਰਾ ਨਾਮ ਜਿਹੜਾ ਉਹ ਅਵਤਾਰ ਸਿੰਘ ਪਾਸ਼ ਸੀ ਜੀ। ਨੈਕਸਟ ਹੈ ਜੀ ਅੱਗੇ ਹੈ ਜੀ ਵਿਧਾਤਾ ਸਿੰਘ ਤੀਰ ਜੀ। ਸੋ ਇਹਨਾਂ ਦਾ ਜਨਮ ਜਿਹੜਾ ਹੈ 15 ਅਗਸਤ 1901 ਨੂੰ ਘਗਰੋਟ, ਜ਼ਿਲ੍ਹਾ ਰਾਵਲਪਿੰਡੀ ਦੇ ਵਿੱਚ ਹੋਇਆ ਸੀ ਜੀ। ਹੀਰਾ ਸਿੰਘ ਇਹਨਾਂ ਦੇ ਪਿਤਾ ਨਾਲ। ਮੌਤ 4 ਜਨਵਰੀ 1973 ਨੂੰ। ਰਚਨਾਵਾਂ ਨੇ ਜੀ ਸ਼ਹੀਦੀ ਵਾਰਾਂ, ਧਰੂਪ ਭਗਤ, ਅਨਿਆਲੇ ਤੀਰ, ਮਿੱਠੇ ਮੇਵੇ, ਗੂੰਗੇ ਗੀਤ, ਕਾਲ ਕੂਕਾਂ, ਨਵੇਂ ਨਿਸ਼ਾਨੇ, ਦਸ਼ਮੇਸ਼ ਬਚਨ, ਬੰਦਾ ਬਹਾਦਰ, ਨਲ ਦਮਯੰਤੀ, ਰੂਪਮਣੀ, ਸ਼ਕੁੰਤਲਾ, ਭਿੰਨੀ ਰੈਨੜੀ। ਸੋ ਇਹਨਾਂ ਦੀਆਂ ਰਚਨਾਵਾਂ ਤੋਂ ਜਿਹੜਾ ਹੈ ਅਕਾਲੀ ਲਹਿਰ ਤੋਂ ਪ੍ਰਭਾਵਿਤ ਸੀ, ਔਰ ਸਿੱਖ ਧਰਮ ਪ੍ਰਤੀ ਸ਼ਰਧਾ ਜਿਹੜੀ ਆ ਉਹ ਪਤਾ ਲੱਗਦੀ ਹੈ ਆਪਾਂ ਨੂੰ।
ਸੋ ਇਹਨਾਂ ਨੂੰ ਆਪਾਂ ਇੱਕ ਮਾਈਂਡ ਦੇ ਵਿੱਚ ਬਿੰਬ ਜਿਹਾ ਬਣਾ ਕੇ ਕਿ ਕਿਸ ਤਰ੍ਹਾਂ ਦਾ ਇਹ ਕਵੀ ਹੈ, ਕਿਸ ਤਰ੍ਹਾਂ ਦੇ ਰਚਨਾਵਾਂ ਹੈ। ਜੇਕਰ ਆਪਾਂ ਨੂੰ ਭੁੱਲ ਵੀ ਜਾਏ ਤਾਂ ਆਪਾਂ ਨੂੰ ਯਾਦ ਆ ਜਾਂਦਾ ਕਿ ਜਿਸ ਤਰ੍ਹਾਂ ਇਹ ਲਿਖੀ ਹੋਈ ਹੈ ਦਸ਼ਮੇਸ਼ ਬਚਨ, ਤਾਂ ਜਿਸ ਤਰ੍ਹਾਂ ਇਹਨਾਂ ਸਿੱਖੀ ਦੇ ਨਾਲ ਜੁੜੇ ਹੋਏ ਇਹਨਾਂ ਦੇ ਪ੍ਰਤੀ ਜਿਹੜਾ ਹੈ ਸਿੱਖੀ ਪ੍ਰਤੀ ਇਹਨਾਂ ਦੀ ਸ਼ਰਧਾ ਸੀ, ਤਾਂ ਆਪਾਂ ਨੂੰ ਯਾਦ ਆ ਜਾਂਦਾ ਕਿ ਵਿਧਾਤਾ ਸਿੰਘ ਤੀਰ ਜਿਹੜਾ ਸਿੱਖੀ ਪ੍ਰਤੀ ਧਰਮ ਦੇ ਨਾਲ ਸ਼ਰਧਾ ਦੇ ਨਾਲ ਜੁੜਿਆ ਹੋਇਆ। ਸੋ ਉਸ ਦੇ ਨਾਲ ਰਿਲੇਟਡ ਜਿਹੜੀਆਂ ਰਚਨਾਵਾਂ ਨੇ ਉਸੇ ਦੀਆਂ ਹੋਣਗੀਆਂ, ਜਿਵੇਂ ਸ਼ਹੀਦੀ ਵਾਰਾਂ ਹੋ ਗਈਆਂ, ਦਸ਼ਮੇਸ਼ ਬਚਨ ਹੋ ਗਏ, ਬੰਦਾ ਬਹਾਦਰ ਹੋ ਗਿਆ। ਸੋ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਯਾਦ ਜਿਹੜਾ ਰੱਖ ਸਕਦੇ ਹਾਂ। ਅੱਗੇ ਹੈ ਜੀ ਪ੍ਰੀਤਮ ਸਿੰਘ ਸਫੀਰ ਜੀ। ਸੋ ਇਹਨਾਂ ਦਾ ਜਨਮ ਜਿਹੜਾ 1916 ਦੇ ਵਿੱਚ ਪਿੰਡ ਮਲਕਪੁਰ, ਜ਼ਿਲ੍ਹਾ ਰਾਵਲਪਿੰਡੀ ਹੋਇਆ ਸੀ। ਪਿਤਾ ਦਾ ਨਾਮ ਮਹਿਤਾਬ, ਮੌਤ 1999 ਦੇ ਵਿੱਚ ਹੋਈ ਸੀ ਜੀ। ਔਰ ਇਹਨਾਂ ਦੀਆਂ ਪ੍ਰਮੁੱਖ ਜਿਹੜੀਆਂ ਰਚਨਾਵਾਂ ਨੇ ਉਹ ਸੀ ਜੀ ਕੱਤਕ ਕੁੰਜਾ, ਪਾਪ ਦੇ ਸੋਲੇ, ਰਕਤ ਬੁੰਦਾਂ, ਰਾਗ ਰਿਸ਼ਮਾ, ਸਰਬ ਕਲਾ, ਗੁਰੂ ਗੋਬਿੰਦ ਸਿੰਘ, ਆਦਿ ਜੁਗਾਦ, ਆਧਾਰ ਅਨੂਪ, ਅਨਿਕ ਵਿਸਥਾਰ, ਅਗਮ ਅਗੋਚਰ, ਸੰਜੋਗ ਵਿਜੋਗ, ਸਰਬ ਨਿਰੰਤਰ। ਔਰ ਸਰਬ ਨਿਰੰਤਰ ਜਿਹੜਾ ਇਹਨਾਂ ਦੀ ਸਮੁੱਚੀ ਰਚਨਾ ਦਾ ਜਿਹੜਾ ਹੈ ਉਹ ਸੰਗ੍ਰਹਿ ਹੈ ਜੀ, ਜੋ 1987 ਦੇ ਵਿੱਚ ਪ੍ਰਕਾਸ਼ਿਤ ਹੋਇਆ ਜੀ। ਸੋ ਇੰਪੋਰਟੈਂਟ ਹੈ। ਇਹ ਪੁੱਛਿਆ ਜਾ ਸਕਦਾ ਹੈ ਕਿ ਜਿਹੜੇ ਪ੍ਰੀਤਮ ਸਿੰਘ ਸਫੀਰ ਨੇ ਉਹਨਾਂ ਦੀ ਸਮੁੱਚੀਆਂ ਰਚਨਾਵਲੀ ਦਾ ਸੰਗ੍ਰਹਿ ਕਿਹੜਾ ਹੈ, ਤਾਂ ਉਹ ਹੈ ਸਰਬ ਨਿਰੰਤਰ। ਵਿਸ਼ਾ ਪੱਖ ਇਹਨਾਂ ਦਾ ਜਿਹੜਾ ਰੋਮਾਂਸਵਾਦ, ਇਸ਼ਕ ਹੈ ਜੀ। ਅਧਿਆਤਮਕਵਾਦ ਹੈ, ਖਾਲਸੇ ਦਾ ਹਾਮੀ ਹੈ, ਪ੍ਰਗਤੀਵਾਦੀ ਹੈ, ਕ੍ਰਾਂਤੀਕਾਰੀ ਭਾਵਨਾ ਔਰ ਅੰਤਰਰਾਸ਼ਟਰੀ ਭਾਵਨਾ ਇਹਨਾਂ ਦੇ ਵਿਸ਼ੇ ਦੇ ਵਿੱਚ ਨਜ਼ਰ ਆਉਂਦੀ, ਇਹਨਾਂ ਦੀ ਕਵਿਤਾਵਾਂ ਦੇ ਵਿੱਚ ਨਜ਼ਰ ਆਉਂਦੀ ਜੀ। ਨੈਕਸਟ ਹੈ ਜੀ, ਲਾਸਟ ਨੇ ਜੀ ਆਪਣੇ ਸਰਦਾਰ ਚਰਨ ਸਿੰਘ ਸ਼ਹੀਦ। ਜਨਮ ਇਹਨਾਂ ਦਾ ਅਕਤੂਬਰ 1891 ਵਿੱਚ ਅੰਮ੍ਰਿਤਸਰ ਦੇ ਵਿੱਚ ਹੋਇਆ। ਸੂਬਾ ਸਿੰਘ ਇਹਨਾਂ ਦੇ ਪਿਤਾ ਦਾ ਨਾਮ ਸੀ ਜੀ। ਕਾਵਿ ਰਚਨਾਵਾਂ ਨੇ ਜੀ ਬਾਦਸ਼ਾਹੀਆਂ, ਇਸ ਦੇ 5 ਭਾਗ ਨੇ ਜੀ। ਸੋ ਇੱਦਾਂ ਦੇ ਕੁਐਸਚਨ ਹੁੰਦੇ ਨੇ ਕਿ ਬਾਦਸ਼ਾਹੀਆਂ ਦੇ ਕਿੰਨੇ ਭਾਗ ਨੇ ਜੀ। ਸਰਦਾਰ ਚਰਨ ਸਿੰਘ ਸ਼ਹੀਦ ਦੁਆਰਾ ਲਿਖਤ ਬਾਦਸ਼ਾਹੀਆਂ ਵਿੱਚ ਜਿਹੜਾ ਹੈ ਕਿੰਨੇ ਉਸਦੇ ਭਾਗ ਨੇ? 5 ਜੀ। ਬਾਬਾ ਵਰਿਆਮ 4 ਭਾਗ ਨੇ ਜੀ। ਔਰ ਮੇਮ ਦੇ ਦੁਖੜੇ 1 ਭਾਗ ਹੈ। ਔਰ ਫੈਸ਼ਨਦਾਰ ਵਹੁਟੀ। ਸੋ ਇਹ 4 ਪ੍ਰਮੁੱਖ ਰਚਨਾਵਾਂ ਨੇ ਜੀ। ਵਿਸ਼ਾ ਪੱਖ ਇਹਨਾਂ ਦਾ ਸਮਾਜ ਦੀ ਆਲੋਚਨਾ, ਰੱਬ ਬਾਰੇ ਧਾਰਨਾ ਔਰ ਜ਼ਿੰਦਗੀ ਕੀ ਹੈ, ਇਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਦੱਸਿਆ ਜੀ। ਸੋ ਬਾਕੀ ਜਿਹੜੀਆਂ ਇੰਪੋਰਟੈਂਟ ਪੋਇਮਸ ਨੇ ਔਰ ਉਹਨਾਂ ਨੂੰ ਆਪਾਂ ਜਿਹੜਾ MCQs ਦੇ ਵਿੱਚ ਕਰਾਂਗੇ ਜੀ। ਸੋ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ। ਇਸੇ ਤਰ੍ਹਾਂ ਆਪਾਂ ਕਿੱਸਾ ਕਾਵਿ ਔਰ ਜੋ ਵੀ ਹੋਰ ਆਪਣੇ ਸਿਲੇਬਸ ਦੇ ਵਿੱਚ ਹੈ ਸਾਰਾ ਕੁਝ ਡਿਸਕਸ ਕਰਨ ਤੋਂ ਬਾਅਦ ਜਿਹੜੇ MCQs ਨੇ ਉਹ ਸਟਾਰਟ ਕਰ ਦੇਵਾਂਗੇ ਜੀ। ਬਾਕੀ ਜੇਕਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿ ਵੀਡੀਓ ਕਿਸ ਤਰ੍ਹਾਂ ਦੀ ਹੈ, ਹੋਰ ਕਿਸ ਤਰ੍ਹਾਂ ਦੀ ਆਪਾਂ ਨੂੰ ਡਿਟੇਲ ਜਿਹੜੀ ਆ ਉਹ ਚਾਹੀਦੀ ਹੈ ਜੀ। ਸੋ ਉਸ ਦੇ ਅਕੋਰਡਿੰਗ ਆਪਾਂ ਜਿਹੜੀ ਹੈ ਹੋਰ ਵੀਡੀਓ ਆਧੁਨਿਕ ਕਾਵਿ 'ਤੇ ਇੱਕ ਬਣਾ ਦਿਆਂਗੇ ਜੀ। ਸੋ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ।